गुड मॉर्निंग स्टूडेंट्स। ਅਸੀਂ ਕੰਟੀਨਿਊ ਕਰਦੇ ਹਾਂ ਸਾਡਾ ਚੈਪਟਰ ਨੈਸ਼ਨਲ ਇਨਕਮ ਔਰ ਅੱਜ ਅਸੀਂ ਗੱਲ ਕਰਾਂਗੇ ਇਨਕਮ ਮੈਥਡ ਬਾਰੇ। ਇਨਕਮ ਮੈਥਡ ਅਸੀਂ ਬੇਟਾ ਜੀ ਲਾਸਟ ਵੀਡੀਓ ਦੇ ਅੰਦਰ ਅਸੀਂ ਕਨਵਰਜਨ ਦੀ ਗੱਲ ਕੀਤੀ ਸੀਗੀ ਔਰ ਅਗਰ ਅਸੀਂ ਕਨਵਰਜਨ ਨੂੰ ਦੇਖੀਏ ਤਾਂ ਬੇਟਾ ਜੀ ਕਨਵਰਜਨ 'ਚ ਜਿਹੜਾ ਇਨਕਮ ਮੈਥਡ ਹੈ ਉਹਦੇ 'ਚੋਂ ਕੀ ਫਾਈਂਡ ਆਊਟ ਹੁੰਦਾ ਗਾ NDPFC ਯਾਨੀ ਕਿ ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਕਾਸਟ। ਠੀਕ ਹੈ, ਔਰ ਇਨਕਮ ਮੈਥਡ ਹੈ ਜਿਹੜਾ ਇਹਨੂੰ ਅਸੀਂ ਕੀ ਕਹਿੰਦੇ ਹਾਂ ਡੋਮੈਸਟਿਕ ਇਨਕਮ ਵੀ ਕਹਿੰਦੇ ਹਾਂ। ਠੀਕ ਹੈ, ਕਲੀਅਰ। ਔਰ ਹੁਣ ਅਸੀਂ ਅਗਰ ਗੱਲ ਕਰੀਏ NDPFC ਯਾਨੀ ਕਿ ਨੈਟ ਡੋਮੈਸਟਿਕ ਪ੍ਰੋਡਕਟ ਐਟ ਫੈਕਟਰ ਕਾਸਟ, ਇਹ ਕੱਢਣ ਲਈ ਸਾਨੂੰ ਕੀ ਚਾਹੀਦੀਆਂ ਨੇ? ਇੱਕ COE, OS ਐਂਡ MI। COE ਕੀ ਹੈ? COE ਮੀਨਸ ਕੰਜੰਪਸ਼ਨ ਆਫ ਕੰਪਨਸੇਸ਼ਨ ਆਫ ਇੰਪਲੋਈਜ਼। CO ਮੀਨਸ ਹੈ ਕੰਪਨਸੇਸ਼ਨ ਆਫ ਇੰਪਲੋਈਜ਼। ਹੁਣ ਜਿਹੜਾ ਇੱਕ ਇੰਪਲੋਈਜ਼ ਹੈ ਬੇਟਾ ਜੀ ਉਹਨੂੰ ਕਿਸ ਤਰੀਕੇ ਨਾਲ ਕੰਪਨਸੇਸ਼ਨ ਯਾਨੀ ਕਿ ਕਮਾਈ ਹੁੰਦੀ ਹੈ ਜਾਂ ਉਹਨੂੰ ਕਿਸ ਤਰੀਕੇ ਨਾਲ ਉਹਦਾ ਮਿਹਨਤਾਨਾ ਮਿਲਦਾ ਗਾ, ਉਹਨੂੰ ਕਹਿੰਦੇ ਹਾਂ ਅਸੀਂ ਕੰਪਨਸੇਸ਼ਨ ਆਫ ਇੰਪਲੋਈਜ਼। ਔਰ ਇੱਕ ਇੰਪਲੋਈਜ਼ ਨੂੰ ਕੀ ਕੰਪਨਸੇਟ ਹੁੰਦਾ ਗਾ? ਜਾਂ ਤਾਂ ਕੋਈ ਮਜ਼ਦੂਰ ਹੈ ਉਹਨੂੰ ਮਜ਼ਦੂਰੀ ਮਿਲੇਗੀ ਵੇਜਿਸ, ਜਾਂ ਉਹਨੂੰ ਸੈਲਰੀ ਮਿਲੇਗੀ। ਔਰ ਅਗਰ ਕੋਈ ਆਪਣੀ ਜੌਬ ਤੋਂ ਰਿਟਾਇਰ ਹੋ ਗਿਆ ਤਾਂ ਉਹਨੂੰ ਰਿਟਾਇਰਮੈਂਟ ਪੈਨਸ਼ਨ ਮਿਲੇਗੀ। ਇੱਕ ਹੈ ਇੰਪਲੋਇਰ ਕੰਟਰੀਬਿਊਸ਼ਨ ਇਨ SS। ਇੱਥੇ ਥੋੜ੍ਹਾ ਜਿਹਾ ਧਿਆਨ ਨਾਲ ਸਮਝਣਾ ਗਾ, ਇੰਪਲੋਇਰ ਔਰ ਇੰਪਲੋਈ ਦੇ ਵਿੱਚ ਕੀ ਫ਼ਰਕ ਹੈ। ਇੰਪਲੋਈ ਜਿਹੜਾ ਕੰਮ ਕਰ ਰਿਹਾ ਹੈ, ਇੰਪਲੋਇਰ ਜਿਹਦੇ ਅੰਡਰ ਉਹ ਕੰਮ ਕਰ ਰਿਹਾ ਗਾ। ਠੀਕ ਹੈ, ਜਿਵੇਂ ਕਿ ਜਿੰਨੇ ਵੀ ਇੰਪਲੋਈਜ਼ ਆ, ਚਾਹੇ ਉਹ ਪ੍ਰਾਈਵੇਟ ਇੰਪਲੋਈਜ਼ ਆ ਚਾਹੇ ਉਹ ਗਵਰਨਮੈਂਟ ਇੰਪਲੋਈਜ਼ ਆ, ਉਹਨਾਂ ਦਾ ਇੱਕ EPF ਜਾਂ ESI ਸਕੀਮਸ ਹੁੰਦੀਆਂ ਨੇ। ਇਹਨਾਂ ਨੂੰ SSS ਯਾਨੀ ਕਿ ਸੋਸ਼ਲ ਸਿਕਿਉਰਿਟੀ ਸਕੀਮਸ ਕਿਹਾ ਜਾਂਦਾ ਗਾ। ਠੀਕ ਹੈ, ਇਹ ਸਕੀਮਸ ਦੇ ਅੰਦਰ ਕੁਝ ਪੈਸਾ ਜਿਹੜਾ ਗਾ ਉਹ ਇੰਪਲੋਈ ਯਾਨੀ ਕਿ ਜਿਹੜਾ ਕੰਮ ਕਰ ਰਿਹਾ ਹੈਗਾ ਉਹ ਆਪਣੀ ਸੈਲਰੀ 'ਚੋਂ ਕੱਟ ਕਰਕੇ ਦਿੰਦਾ ਗਾ, ਔਰ ਕੁਝ ਪੈਸਾ ਜਿਹੜਾ ਇੰਪਲੋਇਰ ਜਿਹਦੇ ਅੰਡਰ ਉਹ ਕੰਮ ਕਰ ਰਿਹਾ ਹੈਗਾ ਇੰਪਲੋਇਰ ਪਾਰਟ ਜਿਹੜਾ ਗਾ ਉਹ ਪੇ ਕਰਦਾ ਗਾ। ਤਾਂ ਜਿਹੜਾ ਪੈਸਾ ਇੰਪਲੋਇਰ ਪੇ ਕਰਦਾ ਗਾ ਉਹ ਵੀ ਕੀ ਹੈ? ਇੱਕ ਇੰਪਲੋਈਜ਼ ਲਈ ਕੀ ਹੈ? ਇਨਕਮ ਹੈ ਨਾ, ਕੰਪਨਸੇਸ਼ਨ ਹੈ। ਤਾਂ ਉਹ ਕੀ ਹੈ? ਇੰਪਲੋਇਰ ਕੰਟਰੀਬਿਊਸ਼ਨ ਇਨ SS ਯਾਨੀ ਕਿ ਸੋਸ਼ਲ ਸਿਕਿਉਰਿਟੀ ਸਕੀਮਸ ਲਾਈਕ ESI, EPF। ਨੈਕਸਟ ਹੈ ਡਿਫਰੈਂਟ ਕਾਈਂਡਸ ਆਫ ਪੇਮੈਂਟਸ। ਹੁਣ ਡਿਫਰੈਂਟ ਕਾਈਂਡਸ ਆਫ ਪੇਮੈਂਟ, ਕਈ ਵਾਰੀ ਕੋਈ ਬੋਨਸ ਕਿਸੇ ਇੰਪਲੋਈਜ਼ ਨੂੰ ਮਿਲ ਜਾਂਦਾ ਗਾ ਜਾਂ ਹੋਰ ਕਿਸੇ ਤਰ੍ਹਾਂ ਦਾ ਕੋਈ ਅਲਾਊਂਸ ਹੈ ਨਾ, ਉਹ ਸਾਰੀ ਕੀ ਹੈ? ਡਿਫਰੈਂਟ ਕਾਈਂਡਸ ਆਫ ਪੇਮੈਂਟ। ਔਰ ਨੈਕਸਟ ਹੈ ਅਲਾਊਂਸ, ਰੈਂਟ ਐਕਸੈਕਟਰਾ। ਅਲਾਊਂਸ ਯਾਨੀ ਕਿ ਜਿਹੜੇ ਇੰਪਲੋਈਜ਼ ਆ ਉਹਨਾਂ ਨੂੰ HRA ਯਾਨੀ ਕਿ ਹਾਊਸ ਰੈਂਟ ਵਗੈਰਾ ਮਿਲ ਜਾਂਦਾ ਗਾ, ਜਾਂ ਕੋਈ ਮੋਬਾਈਲ ਅਲਾਊਂਸ ਜਾਂ ਹੋਰ ਪੱਤੇ ਮਿਲਦੇ ਆ, ਉਹ ਸਾਰੇ ਕੀ ਆ? ਸਾਡੇ ਅਲਾਊਂਸ। ਤਾਂ ਕੰਪਨਸੇਸ਼ਨ ਆਫ ਇੰਪਲੋਈਜ਼ ਦੇ ਇਹ 5 ਪਾਰਟਸ ਹੁੰਦੇ ਆ ਬੇਸਿਕਲੀ। ਠੀਕ ਹੈ, ਜਾਂ ਤਾਂ ਸਾਨੂੰ ਜਦੋਂ ਅਸੀਂ ਸਾਨੂੰ ਇੱਕ ਜਿਹੜਾ ਐਗਜ਼ਾਮੀਨਰ ਹੈ ਉਹ ਸਮ ਪਾਏਗਾ ਤਾਂ ਉਹਦੇ ਅੰਦਰ ਬੇਟਾ ਜੀ ਜਾਂ ਤਾਂ ਉਹ ਡਾਇਰੈਕਟਲੀ COE ਦੇਗਾ। ਅਗਰ ਤਾਂ COE ਡਾਇਰੈਕਟਲੀ ਦਿੱਤਾ ਹੈ ਤਾਂ ਫਿਰ ਸਾਨੂੰ ਕੁਛ ਨਹੀਂ ਕਰਨਾ, ਔਰ ਅਗਰ ਫਿਰ ਤਾਂ ਸਾਨੂੰ ਸਿੱਧਾ COE ਐਡ ਕਰ ਲੈਣਾ ਗਾ। ਅਗਰ COE ਨਹੀਂ ਦਿੱਤਾ ਔਰ ਇਹਨਾਂ 'ਚੋਂ ਕੁਝ ਦਿੱਤਾ ਹੈ ਤਾਂ ਫਿਰ ਅਸੀਂ ਚੈੱਕ ਕਰਾਂਗੇ ਕਿ ਕੀ ਸਾਨੂੰ ਦਿੱਤਾ ਹੈ, ਉਹ ਅਸੀਂ ਐਡ ਆਊਟ ਕਰਕੇ ਕੀ ਕੱਢ ਸਕਦੇ ਹਾਂ? NDPFC। ਠੀਕ ਹੈ, ਨੈਕਸਟ ਚੱਲਦੇ ਹਾਂ। ਸੈਕਿੰਡ ਹੈ OS। ਹੁਣ COE ਸਮਝ ਆ ਗਿਆ, ਕੰਪਨਸੇਸ਼ਨ ਆਫ ਇੰਪਲੋਈ। ਸੈਕਿੰਡ ਸੀਗਾ ਆਪਰੇਟਿੰਗ ਸਿਸਟਮ। ਦੇਖੋ ਕੋਈ ਵੀ ਬਿਜ਼ਨਸ ਹੈ ਜਾਂ ਕੋਈ ਸੋਰਸਿਸ ਹੈ ਜਿਹਦੇ ਥਰੂ ਉਹਨੂੰ ਇਨਕਮ ਹੁੰਦੀ ਹੈ। ਠੀਕ ਹੈ, ਉਹ ਸਾਰੀ ਇਨਕਮ ਹੈ ਜੋ ਵੀ ਉਹਦੇ ਸੋਰਸਿਸ ਹੈ ਜਿਹ ਤੋਂ ਇਨਕਮ ਹੁੰਦੀ ਹੈ, ਉਹ ਸਾਰਾ ਕੀ ਆਪਰੇਟਿੰਗ ਸਿਸਟਮ, ਉਹ ਕਿਵੇਂ ਸਾਰੇ ਸਿਸਟਮ ਨੂੰ ਆਪਰੇਟ ਕਰਦਾ ਗਾ। ਹੁਣ ਇੱਕ ਜਿਹੜਾ ਇੰਟਰਪਨਰ ਹੈ ਜਾਂ ਕਹੋ ਬਿਜ਼ਨਸਮੈਨ ਹੈ, ਉਹਨੂੰ ਹੁਣ ਇਨਕਮ ਕਿੱਥੋਂ ਹੋਊਗੀ? ਜਾਂ ਤਾਂ ਉਹਨੂੰ ਇਨਕਮ ਪ੍ਰੋਪਰਟੀ ਤੋਂ ਹੋਊਗੀ ਜਾਂ ਉਹਨੂੰ ਆਪਣੇ ਬਿਜ਼ਨਸ 'ਚ ਹੋਏਗੀ, ਦੋ ਹੀ ਜਗ੍ਹਾ ਤੋਂ ਇਨਕਮ ਹੋਏਗੀ। ਤਾਂ ਫਿਰ ਇਹ ਆਪਰੇਟਿੰਗ ਸਿਸਟਮ ਦਾ ਜਿਹੜਾ ਦੂਸਰਾ ਨਾਮ ਹੈ, ਅਸੀਂ ਇਹਨੂੰ ਇਹ ਵੀ ਕਹਿ ਸਕਦੇ ਹਾਂ ਇਨਕਮ ਫਰੋਮ ਦਾ ਪ੍ਰੋਪਰਟੀ ਐਂਡ ਇੰਟਰਪਨਰਸ਼ਿਪ। ਜਾਂ ਫਿਰ ਅਗਰ ਪੁੱਛਿਆ ਜਾਏ ਵਾਟ ਇਜ਼ ਆਪਰੇਟਿੰਗ ਸਿਸਟਮ, ਤਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਇਨਕਮ ਫਰੋਮ ਦਾ ਪ੍ਰੋਪਰਟੀ ਐਂਡ ਇੰਟਰਪਨਰਸ਼ਿਪ ਇਜ਼ ਆਪਰੇਟਿੰਗ ਸਿਸਟਮ ਕਾਲਡ ਆਪਰੇਟਿੰਗ ਸਿਸਟਮ। ਕਲੀਅਰ। ਹੁਣ ਦੇਖੋ ਪ੍ਰੋਪਰਟੀ, ਹੁਣ ਪ੍ਰੋਪਰਟੀ ਤੋਂ ਕਿਸ ਤਰੀਕੇ ਨਾਲ ਇਨਕਮ ਹੋਏਗੀ? ਪ੍ਰੋਪਰਟੀ ਨੂੰ ਜਾਂ ਤਾਂ ਉਹ ਰੈਂਟ ਦੇ ਸਕਦਾ, ਉਹਨੂੰ ਰੈਂਟ 'ਤੇ ਕਮਾਈ ਹੋ ਸਕਦੀ ਹੈ, ਜਾਂ ਪ੍ਰੋਪਰਟੀ ਉਹਨੇ ਕੋਈ ਕਿਸੇ ਨੂੰ ਦਿੱਤੀ ਹੈ ਔਰ ਉਹ ਉਹਦੇ ਕੁਝ % ਉਹਨੂੰ ਉਹ ਸ਼ੇਅਰ ਦਿੰਦਾ ਗਾ। ਯਾਨੀ ਕਿ ਸਪੋਜ਼ ਕਰੋ ਆਪਣੀ ਕਮਾਈ ਦੇ ਵਿੱਚੋਂ ਅਗਰ ਉਹ ਉਹਨੂੰ 10% ਸ਼ੇਅਰ ਦਿੰਦਾ ਗਾ ਤਾਂ ਉਹ ਕੀ ਹੈ? ਰਾਇਲਟੀ। ਠੀਕ ਹੈ, ਉਹਨੂੰ ਕਹਿੰਦੇ ਆ ਰਾਇਲਟੀ। ਉਹ ਰਾਇਲਟੀ ਦੇ ਟਰਮਸ ਵੀ ਹੋ ਸਕਦੀ ਹੈ ਜਾਂ ਇੰਟਰਸਟ। ਅਗਰ ਉਹਦੀ ਕੋਈ ਪੈਸਾ ਗਾ, ਉਹਦੇ ਕੋਈ ਐਸੈਟਸ ਨੇ, ਉਹਨੇ ਉਹ
ਮਤਲਬ ਇੰਟਰਸਟ 'ਤੇ ਦਿੱਤੇ ਨੇ, ਵਿਆਜ 'ਤੇ ਦੇ ਦਿੱਤੇ ਕਿਸੇ ਨੂੰ, ਤਾਂ ਉਹਦੇ ਬਦਲੇ ਉਹਨੂੰ ਕੀ ਮਿਲੇਗਾ? ਇੰਟਰਸਟ। ਇਹ ਸਭ ਪ੍ਰੋਪਰਟੀਜ਼ ਤੋਂ ਸਾਨੂੰ ਹੋਣ ਵਾਲੀਆਂ ਕਮਾਈਆਂ ਨੇ, ਜਾਂ ਤਾਂ ਰੈਂਟ ਮਿਲੇਗਾ, ਜਾਂ ਰਾਇਲਟੀ ਮਿਲੇਗੀ, ਜਾਂ ਇੰਟਰਸਟ ਮਿਲੇਗਾ। ਠੀਕ ਹੈ। ਔਰ ਇੰਟਰਪ੍ਰਨਰਸ਼ਿਪ, ਜਿਹੜਾ ਇੰਟਰਪ੍ਰਨਰਸ਼ਿਪ ਆ ਉਹਨੂੰ ਉਹ ਕਿੱਦਾਂ ਆਪਣਾ ਜਿਹੜਾ ਉਹਨੂੰ ਕਿਵੇਂ ਪ੍ਰੋਫਿਟ ਹੋਏਗਾ? ਉਹਨੂੰ ਜਾਂ ਤਾਂ ਦੇਖੋ ਬੇਸਿਕਲੀ ਬਿਜ਼ਨਸ ਰਨ ਕਰੇਗਾ ਤਾਂ ਪ੍ਰੋਫਿਟ ਹੋਏਗਾ ਉਹਨੂੰ। ਕਲੀਅਰ? ਹੁਣ ਦੇਖੋ ਪ੍ਰੋਫਿਟ ਦੇ ਵਿੱਚ ਕੀ ਹੈ? ਪ੍ਰੋਫਿਟ ਦੇ ਵਿੱਚ ਕੀ ਹੈ? ਇੱਕ ਤਾਂ ਕਾਰਪੋਰੇਟ ਟੈਕਸ, ਇੱਕ ਹੈ ਡਿਵੀਡੈਂਡ, ਇੱਕ ਹੈ ਰਿਟੇਨਡ ਅਰਨਿੰਗ ਔਰ ਸੇਵਿੰਗ ਫਰੋਮ ਕਾਰਪੋਰੇਟ ਸੈਕਟਰ। ਠੀਕ ਹੈ। ਹੁਣ ਜਾਂ ਤਾਂ ਪ੍ਰੋਫਿਟ ਦਿੱਤਾ ਹੋਏਗਾ ਸਿੱਧਾ ਸਿੱਧਾ, ਠੀਕ ਹੈ, ਜਾਂ ਫਿਰ ਕੀ ਦਿੱਤਾ ਹੋਏਗਾ? ਕਾਰਪੋਰੇਟ ਟੈਕਸ, ਡਿਵੀਡੈਂਡ, ਜਾਂ ਰਿਟੇਨਡ ਅਰਨਿੰਗ ਫਰੋਮ ਸੇਵਿੰਗ, ठीक है, और या फिर क्या दिता होएगा? प्राइवेट या फिर फ्रॉम प्राइवेट कॉरपोरेट सेक्टर, या फिर अनडिस्ट्रीब्यूटेड प्रॉफिट। ये कोई भी चीज़ दिती होएगी तो वो डायरैक्ट साडे किनू की उहदे तो असीं की कंक्लूड करांगे? प्रॉफिट। ठीक है। और तीसरा की सीगा? मिक्सड इनकम। मिक्सड इनकम सीधी दिती होएगी या फिर दिती होएगी मिक्सड इनकम फॉर सैल्फ कंजम्पशन। ठीक है। ਤਾਂ ਇਹ ਕੁਛ ਚੀਜ਼ਾਂ ਸਾਨੂੰ ਜਿਹੜੀਆਂ ਦਿੱਤੀਆਂ ਹੋਣਗੀਆਂ, ਤਾਂ ਜਿਨ੍ਹਾਂ ਦੇ ਥਰੂ ਅਸੀਂ ਜਿਹੜਾ ਹੈਗਾ ਸਾਡਾ ਇਨਕਮ ਮੈਥਡ ਦੇ ਜ਼ਰੀਏ ਅਸੀਂ ਨੈਸ਼ਨਲ ਇਨਕਮ ਨੂੰ ਕਾਊਂਟ ਕਰ ਸਕਦੇ ਹਾਂ। ਹੁਣ ਦੇਖੋ ਇੱਕ ਐਗਜ਼ਾਮਪਲ ਦੇ ਜ਼ਰੀਏ ਸਮਝਦੇ ਹਾਂ ਕਿੱਦਾਂ ਕੈਲਕੂਲੇਟ ਹੋਏਗਾ। ਹੁਣ ਦੇਖੋ ਇੱਕ ਅਸੀਂ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਸਾਨੂੰ ਨੈਸ਼ਨਲ ਇਨਕਮ ਕਾਊਂਟ ਕਰਨੀ ਹੈ। ਠੀਕ ਹੈ। ਔਰ ਸਾਨੂੰ ਦਿੱਤਾ ਕੀ ਆ? उन्होंने के नेशनल इनकम काउंट करनी है, और यानी कि नैशनल इनकम ਨੂੰ ਅਸੀਂ ਪਹਿਲਾਂ ਵੀ ਕੀ ਕਿਹਾ ਸੀਗਾ? NNP ਐਟ ਫੈਕਟਰ ਕਾਸਟ, यानी कि ਨੈਟ ਨੈਸ਼ਨਲ ਪ੍ਰੋਡਕਟ ਐਟ ਫੈਕਟਰ ਕਾਸਟ ਕਾਊਂਟ ਕਰਨਾ ਗਾ। ਸਾਨੂੰ ਦਿੱਤਾ ਕੀ ਹੈ? ਸਾਨੂੰ ਉਹਨਾਂ ਨੇ ਕੀ ਦਿੱਤਾ ਹੈ? ਇੱਕ ਤਾਂ COA ਦਿੱਤਾ ਹੈ ਕਿੰਨਾ? 800 ਕਰੋੜ, OS ਦਿੱਤਾ ਹੈ 200 ਕਰੋੜ, ਮਿਕਸਡ ਇਨਕਮ ਦਿੱਤੀ ਹੈ 500 ਕਰੋੜ, ਔਰ ਨਫੀਤਾ ਦਿੱਤਾ ਹੈਗਾ -50 ਕਰੋੜ। ਠੀਕ ਹੈ। ਹੁਣ ਅਸੀਂ ਕੱਢਣਾ ਕਿਹਦੇ ਜ਼ਰੀਏ? NDP, ਯਾਨੀ ਕਿ ਇਨਕਮ ਮੈਥਡ ਦੇ ਜ਼ਰੀਏ। ਇਨਕਮ ਮੈਥਡ ਨੂੰ ਯਾਨੀ ਕਿ ਕੀ ਲਿਖ ਸਕਦੇ ਅਸੀਂ? NDP ਐਟ ਫੈਕਟਰ ਕਾਸਟ ਨੂੰ ਕੀ ਦਿੱਤਾ? NDP ਐਟ ਫੈਕਟਰ ਕਾਸਟ ਅਸੀਂ ਕੱਢਣੀ ਹੈ ਤਾਂ ਸਾਨੂੰ ਕੀ ਜੋੜਨਾ ਹੈ? COE ਪਲੱਸ OS ਪਲੱਸ MIS। ਤਾਂ ਫਿਰ 800 ਪਲੱਸ 200 ਪਲੱਸ 500 ਕੀ ਹੋ ਗਿਆ ਸਾਡਾ? 1500। ਕਲੀਅਰ? ਹੁਣ ਇੱਕ ਚੀਜ਼ ਸਮਝਣੀ ਹੈ। ਹੁਣ ਸਾਨੂੰ NDP ਨਿਕਲ ਗਿਆ। NDP ਐਟ ਫੈਕਟਰ ਕਾਸਟ ਕਿੰਨਾ ਆ ਗਿਆ ਸਾਡਾ? 1500। ਅਸੀਂ ਕੱਢਣਾ ਕੀ ਹੈ? ਅਸੀਂ ਕੱਢਣਾ ਕੀ ਹੈ? NNP ਐਟ ਫੈਕਟਰ ਕਾਸਟ। ਨੈਸ਼ਨਲ ਇਨਕਮ ਕਾਊਂਟ ਕਰਨੀ ਹੈ ਨਾ। ਨੈਸ਼ਨਲ ਇਨਕਮ ਨੂੰ ਕੀ ਕਹਿੰਦੇ ਆ? NNP ਐਟ ਫੈਕਟਰ ਕਾਸਟ। ਤਾਂ ਨੈਸ਼ਨਲ ਇਨਕਮ ਕਿਵੇਂ ਕੱਢਾਂਗੇ ਹੁਣ ਅਸੀਂ? ਅਸੀਂ ਇੱਕ ਚੀਜ਼ ਧਿਆਨ ਰੱਖਣੀ ਹੈ ਬੇਟਾ ਜੀ, ਮੈਂ ਇੱਥੇ ਦੋ ਟਰਮ 'ਚ ਲਿਖਿਆ, ਇੱਕ ਆ ਲਿਖਿਆ ਹੈਗਾ, ਇੱਕ ਆ ਲਿਖਿਆ ਹੈਗਾ। ਠੀਕ ਹੈ। ਹੁਣ ਇੱਥੇ ਧਿਆਨ ਰੱਖਣਾ ਇਹ ਰੋਂਗ ਹੈ। ਕਿਉਂ? ਕਿਉਂਕਿ ਅਸੀਂ ਜਿਹੜੀ ਚੀਜ਼ ਸਾਨੂੰ ਦਿੱਤੀ ਹੈ ਉਹਨੂੰ ਅਸੀਂ ਹਮੇਸ਼ਾ ਹੀ ਰਾਈਟ ਸਾਈਡ 'ਤੇ ਲਿਖਾਂਗੇ, ਔਰ ਜਿਹੜੀ ਚੀਜ਼ ਕੱਢਣੀ ਹੈ ਉਹਨੂੰ ਅਸੀਂ ਲਿਖਾਂਗੇ ਲੈਫਟ ਸਾਈਡ 'ਤੇ। ਕਲੀਅਰ? ਹੁਣ ਥੋੜ੍ਹਾ ਜਿਹਾ ਧਿਆਨ ਨਾਲ ਸਮਝਣਾ ਗਾ। ਠੀਕ ਹੈ। ਇਹਨੂੰ ਅਗਰ ਅਸੀਂ ਹੁਣ ਸਾਨੂੰ NDP ਨਿਕਲ ਗਿਆ ਕਿੰਨਾ? 1500। ਅਸੀਂ ਕੱਢਣਾ ਕੀ ਹੈ? NNP ਐਟ FC। NNP ਐਟ FC ਕੱਢਣਾ। ਹੁਣ ਅਸੀਂ ਕਿੱਦਾਂ ਕੈਲਕੂਲੇਟ ਕਰਾਂਗੇ? ਦੇਖੋ ਅਸੀਂ ਜਦੋਂ N to N ਵੱਲ ਜਾਵਾਂਗੇ ਕੀ ਆਏਗਾ? ਕੁਛ ਆਏਗਾ ਚੇਂਜ? ਨੋ ਜੀ, ਕੁਛ ਵੀ ਐਡ ਆਨ ਨਹੀਂ ਕਰਨਾ। ਜਦੋਂ ਅਸੀਂ D ਤੋਂ N ਵੱਲ ਜਾਵਾਂਗੇ ਤਾਂ ਕੀ ਕਰਨਾ ਅਸੀਂ? ਮਾਈਨਸ ਨਫੀਤਾ। ਯਾਦ ਕਰੋ ਕਨਵਰਸੇਸ਼ਨ ਲਾਸਟ ਜਿਹੜਾ ਸਾਡਾ ਵੀਡੀਓ ਹੈ ਉਹਦੇ 'ਚ ਧਿਆਨ ਨਾਲ ਪੜ੍ਹਨਾ ਹੈ ਜਦੋਂ ਅਸੀਂ ਕਿਤੇ ਕਨਵਰਜਨ ਕਿੱਦਾਂ ਕਰਨਾ। ਔਰ ਅਸੀਂ P ਤੋਂ P ਵੱਲ ਜਾਵਾਂਗੇ ਤਾਂ ਕੀ ਆਏਗਾ? ਨੋ ਜੀ। ਠੀਕ ਹੈ। ਔਰ ਲਾਸਟ ਕੀ ਹੈ? F ਤੋਂ FC ਤੋਂ FC ਵੱਲ ਨੋ ਜੀ, ਕਿਉਂਕਿ FC ਤੋਂ ਜਦ ਅਸੀਂ MP ਵੱਲ ਜਾਵਾਂਗੇ ਤਾਂ ਕੋਈ ਚੇਂਜ ਸੀ, FC ਤੋਂ FC ਵੱਲ ਨੋ ਚੇਂਜ। ਤਾਂ ਫਿਰ ਸਿੰਪਲੀ ਕੀ ਆਇਆ? ਸਿਰਫ ਅਸੀਂ ਮਾਈਨਸ ਕੀ ਕਰਨਾ ਗਾ? ਨਫੀਤਾ। ਠੀਕ ਹੈ। ਔਰ ਨਫੀਤਾ ਸਾਨੂੰ ਕਿੰਨਾ ਦਿੱਤਾ ਗਾ? -50। ਤਾਂ 1500 ਮਾਈਨਸ 50 ਕੀ ਆ ਗਿਆ? 1500 ਮਾਈਨਸ ਦਾ 50, ਕਿਉਂਕਿ ਮਾਈਨਸ ਮਾਈਨਸ ਪਲੱਸ ਹੋ ਗਿਆ ਤਾਂ 1550। ਇਹ ਸਾਡਾ ਕੀ ਆ ਗਿਆ? NNP ਐਟ ਫੈਕਟਰ ਕਾਸਟ ਨੈਸ਼ਨਲ ਇਨਕਮ। ਕਲੀਅਰ? ਇੱਕ ਹੋਰ ਐਗਜ਼ਾਮਪਲ ਲੈ ਕੇ ਸਮਝ ਲੈਂਦੇ ਹਾਂ। ਹੁਣ ਦੇਖੋ ਉਹਨਾਂ ਨੇ ਕਿਹਾ ਸਾਨੂੰ ਕੈਲਕੂਲੇਟ ਕਰਨੀ ਹੈ ਅਸੀਂ GVMP। ਕਲੀਅਰ? ਅਸੀਂ ਕੀ ਹੈ? GNP ਕੈਲਕੂਲੇਟ ਕਰਨੀ ਹੈ ਅਸੀਂ GNP। ਠੀਕ ਹੈ। ਔਰ ਕਿਹਦੇ ਥਰੂ?
ਇਨਕਮ ਮੈਥਡ ਥਰੂ। ਇਨਕਮ ਮੈਥਡ 'ਚ ਸਾਨੂੰ ਕੀ ਮਤਲਬ ਕੀ ਕੱਢਣਾ ਪਏਗਾ, ਪਹਿਲਾਂ ਇਨਕਮ ਮੈਥਡ 'ਚ ਕੀ ਕੱਢਾਂਗੇ ਅਸੀਂ, NDP ਐਟ ਫੈਕਟਰ ਕਾਸਟ, ਆਹੀ ਚੀਜ਼ ਕੱਢਾਂਗੇ ਨਾ NDP। ਔਰ NDP ਕੱਢਣ ਵਾਸਤੇ ਸਾਨੂੰ ਕੀ ਚਾਹੀਦਾ ਹੈ, COE ਪਲਸ OS ਪਲਸ MI। ਔਰ ਜਾਂ ਤਾਂ COE ਦਿੱਤਾ ਹੈ, ਸਭ ਤੋਂ ਪਹਿਲਾਂ ਅਸੀਂ ਦੇਖਾਂਗੇ COE ਦਿੱਤਾ ਹੈ, COE ਨਹੀਂ ਦਿੱਤਾ ਸਾਨੂੰ ਤਾਂ ਫਿਰ COE ਦੇ ਵਿੱਚ ਕੀ ਅਸੀਂ ਐਡ ਕਰ ਸਕਦੇ ਹਾਂ, COE ਦੇ ਵਿੱਚ ਕੀ ਐਡ ਕਰ ਸਕਦੇ ਹਾਂ ਅਸੀਂ, ਵੇਜਿਸ ਐਂਡ ਸੈਲਰੀਜ਼ ਸੀ ਸਿੱਖਾਂਗਾ, ਇੰਪਲੋਇਜ਼ ਕੰਟਰੀਬਿਊਸ਼ਨ। ਹੁਣ ਦੇਖੋ ਇੱਥੇ ਇੰਪਲੋਈ ਕੰਟਰੀਬਿਊਸ਼ਨ ਲਿਖਿਆ ਤਾਂ ਅਸੀਂ ਕਿਹੜਾ ਐਡ ਕਰਨਾ ਹੈ, ਇੰਪਲੋਇਰ ਕੰਟਰੀਬਿਊਸ਼ਨ। ਮਤਲਬ ਇਹ ਐਡ ਨਹੀਂ ਕਰਨਾ, ਇੱਥੇ ਗਲਤੀ ਕਰ ਜਾਂਦਾ ਸਟੂਡੈਂਟਸ, ਠੀਕ ਹੈ, ਧਿਆਨ ਰੱਖਣਾ ਗਾ। ਦੂਸਰਾ ਅਸੀਂ ਕੀ ਐਡ ਕਰਨਾ ਸੀਗਾ, ਰਿਟਾਇਰਮੈਂਟ ਪੈਨਸ਼ਨ। ਇਹਨਾਂ ਨੇ ਕਿਹੜੀ ਪੈਨਸ਼ਨ ਦਿੱਤੀ ਹੈ, ਓਲਡ ਏਜ ਪੈਨਸ਼ਨ। ਮਤਲਬ ਓਲਡ ਏਜ ਪੈਨਸ਼ਨ ਕਿਹੜੀ, ਜਿਹੜੀ ਬੁਢਾਪਾ ਪੈਨਸ਼ਨ ਹੈ, ਉਹ ਤਾਂ ਕੋਈ ਇਨਕਮ ਉਹ ਨਹੀਂ ਹੈ ਨਾ, ਇੱਕ ਕੰਪਨਸੇਸ਼ਨ ਤਾਂ ਨਹੀਂ ਹੈ ਇੰਪਲੋਇਜ਼ ਦਾ, ਉਹ ਤੁਹਾਨੂੰ ਵੈਸੇ ਹੀ ਮਿਲਣੀ ਹੈ। ਤਾਂ ਅਸੀਂ ਕਿਹੜੀ ਪੈਨਸ਼ਨ ਕਾਊਂਟ ਕਰਨੀ ਹੈ, ਰਿਟਾਇਰਮੈਂਟ ਪੈਨਸ਼ਨ, ਨਾ ਕਿ ਓਲਡ ਏਜ ਪੈਨਸ਼ਨ, ਧਿਆਨ ਰੱਖਣਾ, ਠੀਕ ਹੈ। ਬੋਨਸ ਅਸੀਂ ਕਾਊਂਟ ਕਰਨਾ ਗਾ। ਕਲੀਅਰ ਹੋ ਗਿਆ ਸਾਰਾ ਕੁਝ। ਹੁਣ ਦੇਖੋ ਸਾਡਾ COE 'ਚ ਕੀ ਆ ਗਿਆ, 500 ਸਾਡਾ ਪ੍ਰੋਫਿਟ ਆ ਗਿਆ ਔਰ 500 ਬਾਅਦ ਸਾਡਾ 500 ਹੀ ਬੋਨਸ ਆ ਗਿਆ। ਕਲੀਅਰ। ਹੁਣ ਅਸੀਂ ਕੀ ਕਰਨਾ ਹੈ, ਪਲੱਸ ਐਡ ਕਰਨਾ ਗਾ OS ਦੇ ਵਿੱਚ ਕੀ ਸੀਗਾ, ਪ੍ਰੋਫਿਟ। ਤਾਂ ਪ੍ਰੋਫਿਟ ਸਾਡਾ ਕਿੰਨਾ ਆ ਗਿਆ, 300। ਕਲੀਅਰ ਹੋ ਗਿਆ। ਉਸ ਤੋਂ ਬਾਅਦ ਅਸੀਂ ਕੀ ਕਰਨਾ, ਹੁਣ ਦੇਖੋ ਪ੍ਰੋਪਰਟੀ ਦੇ ਵਿੱਚੋਂ, ਹੁਣ ਦੇਖੋ ਹੁਣ ਸਾਨੂੰ ਕਲੀਅਰ ਹੋ ਗਿਆ, ਯਾਨੀ ਕਿ ਪ੍ਰੋਫਿਟ ਦਿੱਤਾ ਹੈ। ਜੇ ਪ੍ਰੋਫਿਟ ਦਿੱਤਾ ਹੈ ਤਾਂ ਅਸੀਂ ਡਿਵੀਡੈਂਟ ਨਹੀਂ ਐਡ ਕਰਨਾ। ਦੇਖੋ ਜਦੋਂ ਡਿਵੀਡੈਂਟ ਵਗੈਰਾ ਅਸੀਂ ਤਾਂ ਐਡ ਕਰਨੇ ਆ ਜੇ ਸਾਨੂੰ ਪ੍ਰੋਫਿਟ ਨਹੀਂ ਦਿੱਤਾ, ਤੇ ਹੋਰ ਚੀਜ਼ਾਂ ਦਿੱਤੀਆਂ ਨੇ, ਫਿਰ ਅਸੀਂ ਡਿਵੀਡੈਂਟ ਵਗੈਰਾ ਐਡ ਕਰਨਾ, ਅਦਰਵਾਈਜ਼ ਨਹੀਂ ਕਰਨਾ। ਸਾਨੂੰ ਸਿੱਧਾ ਪ੍ਰੋਫਿਟ ਦਿੱਤਾ ਤਾਂ ਅਸੀਂ 300 ਪ੍ਰੋਫਿਟ ਐਡ ਕਰ ਲਿਆ। ਹੁਣ ਪ੍ਰੋਪਰਟੀ ਤੋਂ ਸਾਨੂੰ ਕੀ ਦਿੱਤਾ ਹੈ, ਰੈਂਟ ਐਂਡ ਰਿਅਲਿਟੀ ਐਡ ਕਰਾਂਗੇ, 500 ਰੈਂਟ ਐਂਡ ਰਿਅਲਿਟੀ। ਪਲੱਸ ਅਸੀਂ ਕੀ ਕੀਤਾ, ਮਿਕਸਡ ਇਨਕਮ ਐਡ ਕਰਨੀ ਹੈ। ਮਿਕਸਡ ਇਨਕਮ ਕਿੰਨੀ ਹੈ, 400, ਅਸੀਂ ਐਡ ਔਨ ਕਰ ਲਈ। ਕਲੀਅਰ। ਔਰ ਉਸ ਤੋਂ ਬਾਅਦ ਕੀ ਹੈ, ਕੰਪਨਸੇਸ਼ਨ ਆਫ ਫਿਕਸਡ ਇਨਕਮ। ਹੁਣ ਆਹ ਦੇਖੋ, ਜਦੋਂ ਪ੍ਰੋਫਿਟ ਦੇਤਾ, ਨਾਲੇ ਡਿਵੀਡੈਂਡ ਦੇਤਾ, ਨਾਲੇ ਕੰਪਨਸੇਸ਼ਨ ਆਫ ਫਿਕਸ। ਅਸੀਂ ਕਦੋਂ ਇਹ ਚੀਜ਼ਾਂ ਲੈਣੀਆਂ ਨੇ, ਜੇ ਪ੍ਰੋਫਿਟ ਨਹੀਂ ਦਿੱਤਾ। ਜੇ ਪ੍ਰੋਫਿਟ ਦੇਖਾਂਗੇ, ਪ੍ਰੋਫਿਟ ਦਿੱਤਾ ਹੈ ਤੇ ਫਿਰ ਥੱਲੇ ਵਾਲੀ ਚੀਜ਼ਾਂ ਅਸੀਂ ਛੱਡ ਦਿਆਂਗੇ। ਕਲੀਅਰ। ਤਾਂ ਕੰਪਨਸੇਸ਼ਨ ਆਫ ਫਿਕਸਡ ਇਨਕਮ ਵੀ ਨਹੀਂ ਲੈਣਾ, ਕਿਉਂਕਿ ਇਹ ਵੀ ਕਦੋਂ ਲੈਣਾ ਗਾ, ਜਦੋਂ ਪ੍ਰੋਫਿਟ ਨਹੀਂ ਦਿੱਤਾ, ਹੈ ਨਾ। ਤਾਂ ਜੇ ਪ੍ਰੋਫਿਟ ਦਿੱਤਾ ਹੈ ਤਾਂ ਫਿਰ ਨਾ ਡਿਵੀਡੈਂਡ ਲੈਣਾ, ਨਾ ਕੰਪਨਸੇਸ਼ਨ ਆਫ ਲੈਣਾ, ਨਾ ਕਾਰਪੋਰੇਟਿਵ ਟੈਕਸਿਸ ਦਾ ਉਹ ਹਿੱਸਾ ਲੈਣਾ। ਕਲੀਅਰ। ਔਰ ਠੀਕ ਹੈ, ਹੋ ਗਿਆ। ਹੁਣ ਨੀਚੇ ਸਾਨੂੰ ਦਿੱਤਾ ਉਸ ਤੋਂ ਬਾਅਦ ਨਫੀਤਾ, GST ਔਰ ਸਬਸਿਡੀਜ਼, ਇਹ ਸਾਨੂੰ ਦਿੱਤੀਆਂ ਨੇ। ਪਰ ਅਸੀਂ NDP ਸਾਡਾ ਸਾਰੇ NDP ਵਾਸਤੇ ਸਾਰੀ ਟਰਮ ਲੈ ਲਈਆਂ। ਹੁਣ ਸਾਡਾ NDP ਕੀ ਕੈਲਕੂਲੇਟ ਹੋ ਗਿਆ, ਕਿੰਨਾ ਆ ਗਿਆ, 2200। ਕਲੀਅਰ। ਹੁਣ ਸਾਡੇ ਕੋਲ NDP ਆ ਗਿਆ, ਇੱਕ ਵਾਰੀ ਸਾਡੇ ਕੋਲ ਕੀ ਨਿਕਲ ਕੇ ਆ ਗਿਆ, NDP 2200। ਔਰ ਹੁਣ ਅਸੀਂ ਕੀ ਕੈਲਕੂਲੇਟ ਕੀ ਕਰਨਾ ਗਾ, GNMP। ਸਾਨੂੰ ਕੀ ਕਿਹਾ, ਕੀ ਕੱਢੋ, GNP ਐਟ MP, ਯਾਨੀ ਕਿ ਗ੍ਰੋਸ ਨੈਸ਼ਨਲ ਪ੍ਰੋਡਕਟ ਐਟ ਮਾਰਕੀਟ ਪ੍ਰਾਈਸ। ਹੁਣ ਧਿਆਨ ਨਾਲ ਦੇਖਣਾ ਗਾ, ਜਦੋਂ ਅਸੀਂ ਜਿਹੜੀ ਸਾਈਡ ਸਾਨੂੰ ਜਿਹੜੀ ਚੀਜ਼ ਦਿੱਤੀ ਆ ਉਸ ਕਿਸ ਸਾਈਡ ਲਿਖਣੀ, ਅਸੀਂ ਰਾਈਟ ਸਾਈਡ। ਜਿਹੜੀ ਅਸੀਂ ਕੱਢਣੀ ਆ ਉਹ ਕਿੱਥੇ ਲਿਖਣੀ ਹੈ, ਲੈਫਟ ਹੈਂਡ ਸਾਈਡ। ਹੁਣ ਜਦੋਂ ਅਸੀਂ N ਤੋਂ G ਵੱਲ ਜਾਵਾਂਗੇ, ਤਾਂ ਅਸੀਂ ਕੀ ਕਰ ਦਿਆਂਗੇ, ਜਦੋਂ ਅਸੀਂ G ਤੋਂ N ਵੱਲ ਜਾਵਾਂਗੇ ਤਾਂ ਡੈਪਰੀਸੀਏਸ਼ਨ ਮਾਈਨਸ ਕਰ ਦਿਆਂਗੇ। ਜਦੋਂ ਅਸੀਂ N ਤੋਂ G ਵੱਲ ਜਾਵਾਂਗੇ ਤਾਂ ਡੈਪਰੀਸੀਏਸ਼ਨ ਨੂੰ ਪਲੱਸ ਕਰ ਦਿਆਂਗੇ। ਤਾਂ ਅਸੀਂ ਕੀ ਕਰਤਾ, ਇੱਥੇ ਡੈਪਰੀਸੀਏਸ਼ਨ ਪਲੱਸ ਕਰਤਾ। 2200 ਪਲੱਸ ਡੈਪਰੀਸੀਏਸ਼ਨ ਸਾਨੂੰ ਕਿੰਨਾ ਦਿੱਤਾਗਾ। ਹੁਣ ਡੈਪਰੀਸੀਏਸ਼ਨ ਕੀ ਹੈ, ਕੰਪਨਸੇਸ਼ਨ ਆਫ ਫਿਕਸਡ ਇਨਕਮ। ਇਹ ਕਿਹਦਾ ਨਾਮ ਹੈ, ਡੈਪਰੀਸੀਏਸ਼ਨ ਦਾ ਨਾਮ ਕੀ ਹੈ, ਕੰਪਨਸੇਸ਼ਨ ਆਫ ਫਿਕਸਡ ਇਨਕਮ। ਕਿੰਨਾ ਦਿੱਤੀ ਹੈ, 100। ਅਸੀਂ ਕੀ ਕਰਤਾ, ਐਡ ਕਰਤੀ। ਠੀਕ ਹੈ। ਦੂਸਰਾ ਆ ਸੌਰੀ, ਮੈਂ ਪਹਿਲਾਂ ਇਹਨੂੰ ਉਹਦੇ 'ਚ ਐਡ ਕਰ ਗਿਆ ਸੀਗਾ, ਉਹਦੇ ਲਈ ਸੌਰੀ। ਠੀਕ ਹੈ। ਉਸ ਤੋਂ ਬਾਅਦ ਅੱਗੇ ਦੇਖੋ, ਹੁਣ ਅਸੀਂ D ਤੋਂ N ਵੱਲ ਜਾਵਾਂਗੇ ਤਾਂ ਅਸੀਂ ਕੀ ਕਰਨਾ, ਕੀ ਕਰਾਂਗੇ, ਜਦੋਂ D ਤੋਂ N ਵੱਲ, ਜਦੋਂ N ਤੋਂ D ਵੱਲ ਜਾਵਾਂਗੇ ਤਾਂ ਅਸੀਂ ਜਿਹੜਾ ਸਾਡਾ ਨਫੀਫਾ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਉਹ ਅਸੀਂ ਮਾਈਨਸ ਕਰਾਂਗੇ। ਬਟ ਜਦੋਂ ਅਸੀਂ D ਤੋਂ N ਵੱਲ ਜਾਵਾਂਗੇ ਤਾਂ ਅਸੀਂ ਕੀ ਕਰ ਦਾਂਗੇ, ਉਹਨੂੰ ਪਲੱਸ ਕਰ ਦਾਂਗੇ। ਤਾਂ ਅਸੀਂ ਨਫੀਫਾ ਨੂੰ ਯਾਨੀ ਕਿ ਫੈਕਟਰ ਇਨਕਮ ਨੂੰ ਕੀ ਕਰਤਾ, ਪਲੱਸ ਕਰਤਾ। ਔਰ ਜਦੋਂ ਅਸੀਂ P ਤੋਂ P ਵੱਲ ਜਾਵਾਂਗੇ ਕੋਈ ਚੇਂਜ ਨਹੀਂ। ਔਰ ਜਦੋਂ ਜੀ FC ਤੋਂ MP ਵੱਲ ਜਾਵਾਂਗੇ ਤਾਂ ਕੀ ਹੋਏਗਾ, ਸਾਡੀ ਜਿਹੜਾ ਟੈਕਸਿਸ ਨੇ ਸੌਰੀ ਉਹ ਕੀ ਆ, ਉਹ ਪਲੱਸ ਹੋ ਜਾਣਗੇ ਔਰ ਸਬਸਿਡੀਜ਼ ਨੇ ਜਿਹੜੀਆਂ ਸਾਡੀਆਂ ਉਹ ਮਾਈਨਸ ਹੋ ਜਾਣਗੀਆਂ। ਕਲੀਅਰ। ਤਾਂ ਕੀ ਹੈ, ਅਸੀਂ ਟੈਕਸਿਸ ਨੂੰ ਪਲੱਸ ਕਰਤਾ ਔਰ ਸਬਸਿਡੀਜ਼ ਨੂੰ ਮਾਈਨਸ ਕਰਤਾ ਔਰ ਕੈਲਕੂਲੇਟ ਕਰਕੇ ਸਾਡਾ ਜੋ ਆਂਸਰ ਆਏਗਾ ਉਹ ਸਾਡਾ ਕੀ ਹੈ, GNP ਐਟ MP, ਯਾਨੀ ਕਿ ਗ੍ਰੋਸ ਨੈਸ਼ਨਲ ਪ੍ਰੋਡਕਟ ਐਟ MP। ਇਸੇ ਤਰ੍ਹਾਂ ਹੀ ਤੁਸੀਂ ਸਾਰੇ ਦੇ ਸਾਰੇ ਜਿਹੜੇ ਸਮਸ ਨੇ ਉਹ ਤੁਸੀਂ ਇਸ ਮੈਥਡ ਦੇ ਜ਼ਰੀਏ ਸੋਲਵ ਕਰ ਸਕਦੇ ਹੋ।
ਇਹਦੀ ਪ੍ਰੈਕਟਿਸ ਕਰਨੀ ਹੈ ਔਰ ਐਟਲੀਸਟ 4 ਸਮ ਜਿਹੜੇ ਆ ਤੁਸੀਂ ਉਹ ਜ਼ਰੂਰ ਕਰਨੇ ਆ। ਹੋਪ ਸੋ ਤੁਹਾਨੂੰ ਸਾਰਿਆਂ ਨੂੰ ਇਹ ਚੈਪਟਰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਥੈਂਕ ਯੂ ਸੋ ਮਚ।